ਮੇਰਾ ਨਾਮ ਸ਼ਬੀਨਾ ਹੈ। ਮੈਂ ਇੱਕ ਸਧਾਰਨ ਅਤੇ ਮੱਧ ਵਰਗੀ ਪਰਿਵਾਰ ਦੀ ਕੁੜੀ ਹਾਂ। ਮੇਰਾ ਰਿਸ਼ਤਾ ਬਚਪਨ ਵਿੱਚ ਹੀ ਤੈਅ ਹੋ ਗਿਆ ਸੀ। ਸਾਡੇ ਪਰਿਵਾਰ ਵਿੱਚ ਜ਼ੁਬਾਨ ਨੂੰ ਬਹੁਤ ਮਹੱਤਵ ਦਿੱਤੀ ਜਾਂਦੀ ਸੀ। ਜੇ ਕਿਸੇ ਨੇ ਇੱਕ ਵਾਰੀ ਕਿਸੇ ਨੂੰ ਜ਼ੁਬਾਨ ਦਿੱਤੀ ਹੁੰਦੀ ਤਾਂ ਜੋ ਮਰਜ਼ੀ ਹੋ ਜਾਵੇ ਉਹ ਪਿੱਛੇ ਨਹੀਂ ਹਟਦਾ। ਮੇਰੇ ਪਿਤਾ ਜੀ ਅਤੇ ਦਾਦਾ ਜੀ ਦੀ ਜ਼ਿੰਦਗੀ ਦਾ ਇਹੀ ਸਿਧਾਂਤ ਸੀ। ਮੇਰਾ ਪੂਰਾ ਬਚਪਨ ਪਿੰਡ ਵਿੱਚ ਮੇਰੇ ਦਾਦਾ ਜੀ ਦੇ ਘਰ ਬੀਤਿਆ ਅਤੇ ਮੇਰੇ ਜਨਮ ਤੋਂ ਬਾਅਦ ਹੀ ਮੇਰਾ ਰਿਸ਼ਤਾ ਮੇਰੇ ਚਾਚੇ ਦੇ ਘਰ ਪੱਕਾ ਹੋ ਗਿਆ। ਬਚਪਨ ਵਿੱਚ ਦਾਦਾ ਦਾਦੀ ਦੇ ਗੁਜ਼ਰ ਜਾਣ ਤੋਂ ਬਾਅਦ ਭਰਾਵਾਂ ਦੇ ਰਿਸ਼ਤਿਆਂ ਵਿੱਚ ਕੁਝ ਉਤਾਰ ਚੜ੍ਹਾਅ ਆਉਣ ਲੱਗੇ, ਪਰ ਦਾਦਾ ਜੀ ਦੇ ਕਹਿਣ 'ਤੇ ਮੇਰੇ ਪਿਤਾ ਜੀ ਦੇ ਸਾਰੇ ਭਰਾ ਇਕੱਠੇ ਰਹਿੰਦੇ ਸਨ। ਉਹ ਘਰ ਜਿੱਥੇ ਮੇਰੀ ਗੱਲ ਪੱਕੀ ਹੋ ਗਈ। ਮੇਰੇ ਇਸੇ ਚਾਚੇ ਦੇ ਦਾਦਾ ਜੀ ਦੇ ਗੁਜ਼ਰਨ ਤੋਂ ਬਾਅਦ ਆਪਣੇ ਭਰਾਵਾਂ ਨੂੰ ਹਰ ਕੀਮਤ 'ਤੇ ਨਾਲ ਰੱਖਿਆ ਸੀ। ਫਿਰ ਕੁਝ ਅਜਿਹਾ ਹੋਇਆ, ਮੇਰੇ ਪਿਤਾ ਜੀ ਦੀ ਸਰਕਾਰੀ ਨੌਕਰੀ ਸੀ। ਉਹਨਾਂ ਦੀ ਬਦਲੀ ਸ਼ਹਿਰ ਵਿੱਚੋਂ ਹੋ ਗਈ ਅਤੇ ਸਾਨੂੰ ਸ਼ਹਿਰ ਵਿੱਚ ਸ਼ਿਫਟ ਹੋਣਾ ਪਿਆ। ਤਾਇਆ ਜੀ ਨੇ ਸਾਨੂੰ ਸ਼ਹਿਰ ਵਿੱਚ ਸ਼ਿਫਟ ਕਰਨ ਦੀ ਪੂਰੀ ਇਜਾਜ਼ਤ ਦੇ ਦਿੱਤੀ ਸੀ। ਅਸੀਂ ਵੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਸ਼ਹਿਰ ਆਏ ਸੀ। ਮੇਰਾ ਇੱਕ ਭਰਾ ਮੇਰੇ ਤੋਂ ਵੱਡਾ ਅਤੇ ਦੂਜਾ ਭਰਾ ਮੇਰੇ ਤੋਂ ਛੋਟਾ ਸੀ। ਮੈਂ 2 ਭਰਾਵਾਂ ਦੀ ਇਕਲੌਤੀ ਭੈਣ ਸੀ। ਮੇਰੇ ਤਾਇਆ ਜੀ ਅਤੇ 2 ਚਾਚੇ ਅਜੇ ਪਿੰਡ ਵਿੱਚ ਦਾਦੇ ਦੇ ਘਰ ਰਹਿ ਰਹੇ ਸੀ। ਸਕੂਲ ਦੀਆਂ ਛੁੱਟੀਆਂ ਦੌਰਾਨ ਅਸੀਂ ਆਪਣੇ ਚਾਚੇ ਦੇ ਸੱਦੇ 'ਤੇ ਸ਼ਹਿਰ ਤੋਂ ਪਿੰਡ ਜਾਂਦੇ ਸੀ ਅਤੇ ਅਸੀਂ ਇਕੱਠੇ ਖੂਬ ਮਸਤੀ ਕਰਦੇ ਸੀ। ਇਸ ਤਰ੍ਹਾਂ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਦਿਲਾਂ ਵਿੱਚ ਇੱਕ ਦੂਜੇ ਲਈ ਪਿਆਰ ਅਤੇ ਸਨੇਹ ਹਮੇਸ਼ਾ ਬਣਿਆ ਰਹੇਗਾ। ਹੌਲੀ ਹੌਲੀ ਅਸੀਂ ਸਾਰੇ ਬੱਚੇ ਵੱਡੇ ਹੋ ਰਹੇ ਸੀ। ਸਕੂਲ ਤੋਂ ਬਾਅਦ ਸਾਡੇ ਕਾਲਜ ਦੇ ਦਿਨ ਵੀ ਸ਼ੁਰੂ ਹੋ ਗਏ ਸਨ। ਮੈਂ ਸੋਚਦੀ ਸੀ ਕਿ ਪਤਾ ਨਹੀਂ ਤਾਇਆ ਜੀ ਦੇ ਬੱਚੇ ਸਕੂਲ ਤੋਂ ਬਾਅਦ ਆਪਣੀ ਪੜ੍ਹਾਈ ਪੂਰੀ ਕਰ ਸਕਣਗੇ ਜਾਂ ਨਹੀਂ, ਕਿਉਂਕਿ ਪਿੰਡ ਵਿੱਚ ਕਾਲਜ ਆਦਿ ਕੋਈ ਹੈ ਨਹੀਂ ਸੀ। ਉੱਥੇ ਇੰਟਰਮੀਡੀਏਟ ਪਾਸ ਨੂੰ ਬਹੁਤ ਮਹੱਤਵ ਦਿੱਤੀ ਜਾਂਦੀ ਸੀ। ਪਰ ਸ਼ਹਿਰ ਵਿੱਚ ਆਉਣ ਤੋਂ ਬਾਅਦ ਸਾਡੇ ਢੰਗ ਅਤੇ ਸੋਚ ਵਿੱਚ ਬਹੁਤ ਤਬਦੀਲੀ ਆਈ। ਮੇਰੇ ਪਿਤਾ ਅਤੇ ਮਾਤਾ ਜੀ ਨੇ ਸਾਨੂੰ ਭੈਣਾਂ ਅਤੇ ਭਰਾਵਾਂ ਨੂੰ ਬਹੁਤ ਵਧੀਆ ਯੂਨੀਵਰਸਿਟੀ ਵਿੱਚ ਪੜ੍ਹਾਇਆ ਅਤੇ ਸਾਨੂੰ ਹਰ ਕਿਸਮ ਦੀ ਆਜ਼ਾਦੀ ਵੀ ਦਿੱਤੀ ਗਈ ਸੀ, ਕਿਉਂਕਿ ਸ਼ਹਿਰ ਦਾ ਮਾਹੌਲ ਆਜ਼ਾਦ ਸੀ ਪਿੰਡ ਦੇ ਮਾਹੌਲ ਮੁਤਾਬਕ। ਪਰ ਦੁਨੀਆ ਵੀ ਮਾਡਰਨ ਹੁੰਦੀ ਜਾ ਰਹੀ ਸੀ। ਪਿੰਡ ਵਿੱਚ ਇੰਟਰਨੈਟ ਦੀ ਨਵੀਂ ਸੁਵਿਧਾ ਸ਼ੁਰੂ ਹੋ ਗਈ ਸੀ। ਉੱਥੇ ਦੇ ਲੋਕਾਂ ਨੇ ਹੁਣ ਮੋਬਾਈਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਤਰ੍ਹਾਂ ਅਸੀਂ ਵਿਛੜੇ ਹੋ ਕਜ਼ਨ ਆਪਸ ਵਿੱਚ ਮੋਬਾਈਲ 'ਤੇ ਵੀਡੀਓ ਕਾਲ ਰਾਹੀਂ ਗੱਲ ਕਰਦੇ ਸੀ। ਸਾਡੀ ਦੋਸਤੀ ਹੋਰ ਗੂੜ੍ਹੀ ਹੋ ਗਈ। ਮੈਂ ਹਮੇਸ਼ਾ ਬਹਾਨੇ ਦੇ ਨਾਲ ਤਾਇਆ ਜੀ ਦੀ ਕੁੜੀ ਤੋਂ ਅਰਮਾਨ ਦੀ ਹਰ ਖਬਰ ਲੈਂਦੀ ਰਹਿੰਦੀ ਸੀ, ਜੋ ਅਰਮਾਨ ਦੀ ਭੈਣ ਸੀ। ਪਰ ਜਦੋਂ ਉਸ ਨੇ ਦੱਸਿਆ ਕਿ ਅਰਮਾਨ ਅੱਗੇ ਪੜ੍ਹਾਈ ਕਰਨ ਦੀ ਇਜਾਜ਼ਤ ਲੈ ਕੇ ਸ਼ਹਿਰ ਦੇ ਹੋਸਟਲ ਵਿੱਚ ਰਹਿ ਰਿਹਾ ਹੈ ਅਤੇ ਅਸੀਂ ਕੁੜੀਆਂ ਸਿਰਫ ਇੰਟਰਮੀਡੀਏਟ ਪਾਸ ਹੀ ਕਰ ਸਕੀਆਂ ਅਤੇ ਫਿਰ ਮਾਂ ਨੇ ਸਾਨੂੰ ਘਰ ਦੇ ਕੰਮਾਂ ਵਿੱਚ ਪਾ ਦਿੱਤਾ, ਕਿਉਂਕਿ ਅਸੀਂ ਤਾਂ ਕੁੜੀਆਂ ਸੀ ਤੇ ਉਹ ਮੁੰਡਾ। ਹੁਣ ਉਸ ਨੂੰ ਅਤੇ ਬਾਕੀ ਭਰਾਵਾਂ ਨੂੰ ਅੱਗੇ ਪੜ੍ਹਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਹੁਣ ਉਹ ਅੱਗੇ ਪੜ੍ਹ ਲਿਖ ਸਕਦੇ ਹਨ ਅਤੇ ਅਸੀਂ ਸਿਰਫ ਚੁੱਲ੍ਹਾ ਚੌਂਕਾ ਅਤੇ ਘਰ ਦਾ ਕੰਮ ਦੇਖਦੇ ਰਹਾਂਗੇ। ਐਨੇ ਨੂੰ ਚਾਚੇ ਦਾ ਮੁੰਡਾ ਪਿੱਛੇ ਤੋਂ ਆ ਕੇ ਕਹਿਣ ਲੱਗਾ, ਭਾਈ ਸਾਨੂੰ ਕੋਈ ਸ਼ੌਂਕ ਨਹੀਂ ਪੜ੍ਹਨ ਦਾ। ਸਾਡੇ ਪਿਓ ਦਾਦੇ ਦਾ ਇੰਨਾ ਵੱਡਾ ਕਾਰੋਬਾਰ ਹੈ, ਅਸੀਂ ਤਾਂ ਉਹ ਹੀ ਸੰਭਾਲ ਲਵਾਂਗੇ ਤੇ ਇਸ ਲਈ ਪੜ੍ਹਾਈ ਕਰਨ ਦੀ ਕੀ ਲੋੜ ਹੈ। ਭਰਾ ਅਰਮਾਨ ਤਾਂ ਬੇਵਕੂਫ ਹੈ, ਪਤਾ ਨਹੀਂ ਕਿਉਂ ਉੱਠ ਕੇ ਉਹ ਹੋਸਟਲ ਚਲਾ ਗਿਆ। ਮੈਂ ਤੇ ਮਹਿਕ ਉਸ ਦੀਆਂ ਗੱਲਾਂ ਸੁਣ ਰਹੇ ਸੀ। ਉਸ ਤੋਂ ਬਾਅਦ ਮੈਂ ਤਾਈ ਤੇ ਤਾਇਆ ਜੀ ਦਾ ਹਾਲ ਚਾਲ ਪੁੱਛਿਆ। ਉਹ ਪਿੱਛੇ ਵਿਹੜੇ ਵਿੱਚ ਬੈਠੀ ਚੌਲ ਸਾਫ਼ ਕਰ ਰਹੀ ਸੀ ਤੇ ਉਸ ਕੋਲ ਅੱਧ-ਖੜ ਉਮਰ ਦੀ ਲੰਬੀ ਚੌੜੀ ਕੋਈ ਔਰਤ ਬੈਠੀ ਸੀ। ਮੈਂ ਮਹਿਕ ਨੂੰ ਪੁੱਛਿਆ ਕਿ ਉਹ ਕੌਣ ਹੈ। ਮਹਿਕ ਕਹਿਣ ਲੱਗੀ, ਛੱਡੋ ਯਾਰ, ਉਹ ਤਾਂ ਵਿਚਾਰੀ ਦੁੱਖਾਂ ਦੀ ਮਾਰੀ ਹੈ। 10 ਦਿਨ ਦੇ ਅੰਦਰ ਹੀ ਵਿਚਾਰੀ ਦਾ ਤਲਾਕ ਹੋ ਗਿਆ। ਮੈਂ ਬਹੁਤ ਹੈਰਾਨ ਹੋਈ ਤੇ ਕਹਿਣ ਲੱਗੀ, 10 ਦਿਨਾਂ ਦੇ ਅੰਦਰ ਹੀ ਤਲਾਕ ਹੋ ਗਿਆ? ਇਹ ਬਾਨੋ ਖਾਲਾ ਹੈ। ਸਾਰਾ ਪਿੰਡ ਉਸ ਨੂੰ ਇਸ ਨਾਂ ਨਾਲ ਪੁਕਾਰਦਾ ਹੈ। ਉਹ ਵਿਚਾਰੀ ਅਕਸਰ ਸਾਡੇ ਘਰ ਆਉਂਦੀ ਹੈ ਤੇ ਪਤਾ ਨਹੀਂ ਤਾਈ ਅਤੇ ਚਾਚੀ ਨੂੰ ਕਿਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਂਦੀ ਰਹਿੰਦੀ ਹੈ ਤੇ ਆਪਣੇ ਨਾਲ ਲਾਈ ਰੱਖਦੀ ਹੈ। ਐਨੇ ਵਿੱਚ ਸਾਡੀ ਵੀਡੀਓ ਕਾਲ ਡਿਸਕਨੈਕਟ ਹੋ ਗਈ। ਸ਼ਾਇਦ ਪਿੰਡ ਵਿੱਚ ਸਿਗਨਲ ਦੀ ਸਮੱਸਿਆ ਸੀ। ਗੱਲ ਕਰਦੇ ਸਮੇਂ ਅਕਸਰ ਕਾਲ ਡਿਸਕਨੈਕਟ ਹੋ ਜਾਂਦੀ ਸੀ।
ਮੈਂ ਸੋਚਾਂ ਵਿੱਚ ਗੁਆਚ ਗਈ ਕਿ ਖਾਲਾ ਬੰਨੋ ਦੀ ਇੰਨੀ ਉਮਰ ਵਿੱਚ ਵਿਆਹ ਹੋਇਆ ਅਤੇ ਫਿਰ ਤਲਾਕ ਹੋ ਗਿਆ। ਪਿੰਡ ਵਾਲਿਆਂ ਵੱਲੋਂ ਤਲਾਕਸ਼ੁਦਾ ਔਰਤਾਂ ਨੂੰ ਬਹੁਤ ਘੱਟ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਬਹੁਤ ਬੁਰਾ ਵੀ ਮੰਨਿਆ ਜਾਂਦਾ ਹੈ। ਪਤਾ ਨਹੀਂ ਉਹ ਵਿਚਾਰੀ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰ ਰਹੀ ਹੋਵੇਗੀ। ਸ਼ਾਮ ਨੂੰ ਮੈਂ ਆਪਣੀ ਮਾਂ ਤੇ ਪਿਤਾ ਜੀ ਨਾਲ ਬੈਠੀ ਗੱਲਾਂ ਕਰ ਰਹੀ ਸੀ ਤੇ ਦੱਸ ਰਹੀ ਸੀ ਕਿ ਅੱਜ ਮੇਰੀ ਮਹਿਕ ਨਾਲ ਗੱਲ ਹੋਈ ਸੀ। ਉਸ ਨੇ ਮੈਨੂੰ ਦੱਸਿਆ ਕਿ ਤਾਇਆ ਜੀ ਨੇ ਅਰਮਾਨ ਨੂੰ ਅੱਗੇ ਪੜ੍ਹਨ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਅਰਮਾਨ ਨੇ ਵੀ ਸ਼ਹਿਰ ਦੇ ਕਾਲਜ ਵਿੱਚ ਦਾਖਲਾ ਲੈ ਲਿਆ ਹੈ ਤੇ ਉਹ ਵੀ ਹੋਸਟਲ ਵਿੱਚ ਰਹਿੰਦਾ ਹੈ। ਇਹ ਖਬਰ ਸੁਣ ਕੇ ਅੰਮੀ ਅਤੇ ਅੱਬਾ ਖੁਸ਼ ਹੋਏ ਕਿ ਅਰਮਾਨ ਵਿਆਹ ਤੱਕ ਕਾਬਲ ਬਣ ਜਾਵੇਗਾ ਅਤੇ ਮੈਂ ਵੀ ਅਰਮਾਨ ਦਾ ਨਾਂ ਸੁਣ ਕੇ ਸ਼ਰਮਿੰਦਾ ਹੋਣ ਲੱਗੀ ਅਤੇ ਫਿਰ ਅਚਾਨਕ ਮੈਨੂੰ ਯਾਦ ਆ ਗਿਆ। ਮੈਂ ਕਿਹਾ, ਅੱਬਾ ਅੰਮੀ ਤੁਸੀਂ ਕੋਈ ਬੰਨੋ ਖਾਲਾ ਨੂੰ ਜਾਣਦੇ ਹੋ? ਦੋਵੇਂ ਹੈਰਾਨੀ ਨਾਲ ਕਹਿਣ ਲੱਗੇ, ਨਹੀਂ, ਅਸੀਂ ਅੱਜ ਤੱਕ ਇਹ ਨਾਮ ਵੀ ਨਹੀਂ ਸੁਣਿਆ। ਹੋ ਸਕਦਾ ਹੈ ਕਿ ਉਹ ਤੇਰੀ ਤਾਈ ਜਾਂ ਚਾਚੀ ਦੀ ਜਾਣ ਪਹਿਚਾਣ ਦੀ ਕੋਈ ਹੋਵੇਗੀ। ਪਰ ਕੀ ਹੋਇਆ? ਸਭ ਕੁਝ ਠੀਕ ਠਾਕ ਹੈ। ਤੁਸੀਂ ਕਿਉਂ ਪੁੱਛ ਰਹੇ ਹੋ? ਫਿਰ ਮੈਂ ਖਾਲਾ ਬੰਨੋ ਦੀ ਸਾਰੀ ਗੱਲ ਦੱਸੀ। ਇਹ ਸੁਣ ਕੇ ਅੰਮੀ ਨੂੰ ਵੀ ਤਰਸ ਆਉਣ ਲੱਗਾ। ਕਹਿਣ ਲੱਗੀ, ਸਾਨੂੰ ਉਹਨਾਂ ਬਾਰੇ ਪਤਾ ਨਹੀਂ ਸੀ। ਪਿੰਡ ਵਿੱਚ ਬਾਨੋ ਖਾਲਾ ਦੇ ਕੁਝ ਹੈਰਾਨੀਜਨਕ ਕਾਰਨਾਮੇ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦੇਣ ਵਾਲੇ ਹਨ। ਪਿੰਡ ਦੀਆਂ ਔਰਤਾਂ ਲਈ ਮਾੜਾ ਸਮਾਂ ਆਉਣ ਵਾਲਾ ਸੀ। ਦਿਨ ਬਹੁਤ ਤੇਜ਼ੀ ਨਾਲ ਲੰਘ ਰਹੇ ਸਨ ਅਤੇ ਉਮਰ ਦੇ ਨਾਲ ਅੰਮੀ ਅਤੇ ਅੱਬਾ ਨੂੰ ਵੀ ਮੇਰੇ ਵਿਆਹ ਦੀ ਚਿੰਤਾ ਹੋਣ ਲੱਗੀ ਸੀ। ਉਹਨੇ ਵੀ ਅੱਬਾ ਨੂੰ ਫੋਨ ਤੇ ਬਾਰ-ਬਾਰ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਹੁਣ ਸਾਨੂੰ ਬੱਚਿਆਂ ਦੇ ਵਿਆਹ ਬਾਰੇ ਸੋਚਣਾ ਚਾਹੀਦਾ ਹੈ। ਜੇਕਰ ਛੋਟੀ ਉਮਰ 'ਚ ਹੀ ਬੱਚਿਆਂ ਦੇ ਵਿਆਹ ਹੋ ਜਾਣ ਤਾਂ ਬੱਚੇ ਸਹੀ ਸਮਿਆਂ ਤੇ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣਾ ਸਿੱਖ ਜਾਂਦੇ ਹਨ ਅਤੇ ਮੈਂ ਅਜਿਹਾ ਨਹੀਂ ਚਾਹੁੰਦਾ ਕਿ ਮੇਰੇ ਬੇਟੇ ਅਰਮਾਨ ਤੇ ਤੇਰੀ ਧੀ ਸਵੀਨਾ ਨੂੰ ਸ਼ਹਿਰ ਦੀ ਹਵਾ ਲੱਗ ਜਾਵੇ ਤੇ ਉਹਨਾਂ ਦੀ ਸੋਚ ਬਦਲ ਜਾਵੇ। ਹੁਣ ਤੱਕ ਤੁਸੀਂ ਸ਼ਹਿਰ ਦੇ ਆਜ਼ਾਦ ਮਾਹੌਲ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਹੁਣ ਤਾਂ ਅੱਬਾ ਅੰਮੀ ਵੀ ਤਾਊ ਦੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਸੀ। ਉਹਨਾਂ ਨੇ ਫੈਸਲਾ ਕੀਤਾ ਕਿ ਜਦੋਂ ਕਾਲਜ ਖਤਮ ਹੋਵੇਗਾ ਤਾਂ ਵਿਆਹ ਕਰ ਦੇਵਾਂਗੇ। ਅਗਲੀ ਵਾਰ ਜਦੋਂ ਮੈਂ ਮਹਿਕ ਨਾਲ ਦੁਬਾਰਾ ਵੀਡੀਓ ਕਾਲ ਤੇ ਗੱਲ ਕੀਤੀ ਤਾਂ ਮਹਿਕ ਨੇ ਮੈਨੂੰ ਭਾਬੀ ਕਹਿ ਕੇ ਛੇੜਨਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਨਾਲ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ। ਇੰਨੀ ਦੇਰ ਵਿੱਚ ਤਾਊ ਤੇ ਚਾਚੇ ਦੇ ਬਾਕੀ ਬੱਚੇ ਵੀ ਮੈਨੂੰ ਭਾਬੀ ਕਹਿਣ ਲੱਗ ਪਏ। ਅਸੀਂ ਮਸਤੀ ਕਰ ਰਹੇ ਸੀ। ਅੱਜ ਫਿਰ ਮੈਂ ਬੰਨੋ ਖਾਲਾ ਨੂੰ ਤਾਈ ਤੇ ਚਾਚੀ ਨਾਲ ਪਿੱਛੇ ਬੈਠੇ ਦੇਖਿਆ। ਮੈਂ ਬਹੁਤ ਹੈਰਾਨ ਹੋਈ। ਮੈਂ ਮਹਿਕ ਤੋਂ ਉਸ ਦਾ ਹਾਲ ਚਾਲ ਪੁੱਛਣ ਲੱਗੀ ਤਾਂ ਉਸ ਨੇ ਉਦਾਸ ਚਿਹਰਾ ਬਣਾ ਕੇ ਦੱਸਿਆ ਕਿ ਉਸ ਵਿਚਾਰੀ ਨੇ ਦੁਨੀਆ ਦੇ ਤਾਨਿਆਂ ਤੋਂ ਤੰਗ ਆ ਕੇ ਦੁਬਾਰਾ ਵਿਆਹ ਕਰ ਲਿਆ ਸੀ ਅਤੇ ਕੁਝ ਦਿਨਾਂ ਵਿੱਚ ਹੀ ਉਸ ਦਾ ਦੁਬਾਰਾ ਤਲਾਕ ਵੀ ਹੋ ਗਿਆ। ਉਹ ਵਿਚਾਰੀ ਇਸ ਪਿੰਡ ਵਿੱਚ ਇਕੱਲੀ ਅਤੇ ਬੇਸਹਾਰਾ ਹੈ, ਇਸੇ ਲਈ ਉਹ ਸਾਡੇ ਘਰ ਆ ਜਾਂਦੀ ਹੈ। ਪਰ ਪਤਾ ਨਹੀਂ ਉਹ ਆਪਣੇ ਦੋਵਾਂ ਪਤੀਆਂ ਦੇ ਕਿਸੇ ਰਾਜ ਦੀ ਗੱਲ ਕਰ ਰਹੀ ਸੀ। ਜਦੋਂ ਮੈਂ ਵੀ ਉਸ ਦੀ ਗੱਲ ਸੁਣਨ ਗਈ ਤਾਂ ਉਹ ਚਾਚੀ ਨੂੰ ਕੁਝ ਕਹਿ ਰਹੀ ਸੀ, ਪਰ ਮੈਂ ਕੁਝ ਸੁਣ ਸਕਦੀ ਇਸ ਤੋਂ ਪਹਿਲਾਂ ਹੀ ਮਾਂ ਨੇ ਮੈਨੂੰ ਝਿੜਕ ਕੇ ਉੱਥੋਂ ਭਜਾ ਦਿੱਤਾ ਕਿ ਤੁਸੀਂ ਬਜ਼ੁਰਗਾਂ ਦੀਆਂ ਗੱਲਾਂ ਵਿੱਚ ਦਿਲਚਸਪੀ ਕਿਉਂ ਲੈ ਰਹੇ ਹੋ। ਪਰ ਇੱਕ ਗੱਲ ਮੈਨੂੰ ਬਹੁਤ ਹੈਰਾਨ ਕਰਦੀ ਹੈ। ਸ਼ਵੀਨਾ ਜਿਵੇਂ ਹੀ ਗੱਲ ਦੱਸਣ ਲੱਗੀ ਤਾਂ ਮੇਰੀ ਤੇ ਮਹਿਕ ਦੀ ਗੱਲ ਫਿਰ ਅਧੂਰੀਆਂ ਰਹਿ ਗਈਆਂ ਕਿਉਂਕਿ ਸਿਗਨਲ ਨਾ ਮਿਲਣ ਦੇ ਕਾਰਨ ਕਾਲ ਦੁਆਰਾ ਡਿਸਕਨੈਕਟ ਹੋ ਗਈ ਸੀ ਅਤੇ ਮੇਰਾ ਦਿਲ ਬੇਚੈਨ ਹੋਣ ਲੱਗਾ। ਕੀ ਪਤਾ ਨਹੀਂ ਮਹਿਕ ਮੈਨੂੰ ਕੀ ਦੱਸ ਰਹੀ ਸੀ ਕਿਉਂਕਿ ਮੈਨੂੰ ਆਪਣੇ ਸਹੁਰੇ ਘਰ ਇਸ ਬਾਨੋ ਖਾਲਾ ਦਾ ਆਉਣਾ ਪਸੰਦ ਨਹੀਂ ਸੀ। ਪਤਾ ਨਹੀਂ ਕਿਉਂ ਮੈਨੂੰ ਉਸ ਤੇ ਸ਼ੱਕ ਹੁੰਦਾ, ਪਰ ਫਿਰ ਸੋਚਦੀ ਕਿ ਮਹਿਕ ਸਿਰਫ ਇੰਟਰਮੀਡੀਏਟ ਪਾਸ ਹੈ ਪਰ ਉਹ ਬਹੁਤ ਹੁਸ਼ਿਆਰ ਕੁੜੀ ਹੈ। ਜੇ ਉਸ ਬੰਨੋ ਖਾਲਾ ਵਿੱਚ ਅਜਿਹੀ ਕੋਈ ਗੱਲ ਵੇਖਦੀ ਤਾਂ ਉਹ ਖੁਦ ਉਸ ਨੂੰ ਕਦੇ ਵੀ ਆਪਣੇ ਘਰ ਨਹੀਂ ਆਉਣ ਦਿੰਦੀ। ਫਿਲਹਾਲ ਇਸ ਮਾਮਲੇ ਨੂੰ ਕਈ ਦਿਨ ਬੀਤ ਚੁੱਕੇ ਸਨ। ਮੈਂ ਆਪਣੀ ਇਮਤਿਹਾਨਾਂ ਦੀ ਤਿਆਰੀ ਵਿੱਚ ਰੁੱਝੀ ਹੋਈ ਸੀ ਅਤੇ ਦੂਜੇ ਪਾਸੇ ਮੈਨੂੰ ਚਿੰਤਾ ਸੀ ਕਿ ਮੇਰੇ ਵਿਆਹ ਹੋਣ ਵਾਲਾ ਹੈ ਅਤੇ ਮੈਨੂੰ ਨਹੀਂ ਪਤਾ ਸੀ ਕਿ ਮੈਂ ਪਿੰਡ ਦੇ ਪੁਰਾਣੇ ਮਾਹੌਲ ਅਤੇ ਉਹਨਾਂ ਸਾਰੇ ਲੋਕਾਂ ਨਾਲ ਅਨੁਕੂਲ ਹੋ ਸਕਾਂਗੀ ਜਾਂ ਨਹੀਂ, ਕਿਉਂਕਿ ਸ਼ਹਿਰ ਵਿੱਚ ਆਉਣ ਤੋਂ ਬਾਅਦ ਸਾਡਾ ਭੈਣ ਭਰਾਵਾਂ ਦੇ ਸੋਚ ਵਿਚਾਰ ਤੇ ਰਹਿਣ ਸਹਿਣ ਦਾ ਤੌਰ ਤਰੀਕਾ ਬਹੁਤ ਬਦਲ ਗਿਆ ਸੀ। ਫਿਰ ਮਾਂ ਨੇ ਮੈਨੂੰ ਸਮਝਾਇਆ ਕਿ ਬੇਟਾ ਬੇਫਿਕਰ ਰਹੋ, ਉੱਥੇ ਤੇਰੇ ਨਾਲ ਅਰਮਾਨ ਰਹੇਗਾ ਤੇ ਮੈਨੂੰ ਯਕੀਨ ਹੈ ਹੁਣ ਤੱਕ ਸ਼ਹਿਰ ਵਿੱਚ ਰਹਿ ਕੇ
ਅਤੇ ਪੜ੍ਹ ਲਿਖ ਕੇ ਉਸ ਦੀ ਸੋਚ ਵੀ ਬਦਲ ਗਈ ਹੋਵੇਗੀ। ਉਹ ਵੀ ਸ਼ਹਿਰ ਦੇ ਲੋਕਾਂ ਵਾਂਗ ਹੀ ਸੋਚਦਾ ਹੋਵੇਗਾ। ਇਸ ਲਈ ਉੱਥੇ ਤੁਹਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਅਤੇ ਫਿਰ ਉੱਥੇ ਤਾਈ ਅਤੇ ਚਾਚੀ ਵੀ ਹੈ ਤੁਹਾਡੀ ਦੇਖਭਾਲ ਕਰਨ ਲਈ। ਅਤੇ ਵੈਸੇ ਵੀ ਹਰ ਘਰ ਦੇ ਤੌਰ ਤਰੀਕੇ ਵੱਖਰੇ ਹੁੰਦੇ ਹਨ। ਵਿਆਹ ਦੀ ਸ਼ੁਰੂਆਤ 'ਚ ਕੁਝ ਬਦਲਾਅ ਆਉਂਦੇ ਹਨ, ਫਿਰ ਸਮੇਂ ਦੇ ਨਾਲ ਨਾਲ ਹਰ ਕੁੜੀ ਦੀ ਆਦਤ ਆਪਣੇ ਸਹੁਰਿਆਂ ਵਾਂਗ ਹੀ ਬਦਲ ਜਾਂਦੀ ਹੈ। ਅੰਮੀ ਦੀਆਂ ਗੱਲਾਂ ਸੁਣ ਕੇ ਮੈਨੂੰ ਕੁਝ ਤਸੱਲੀ ਹੋਣ ਲੱਗੀ। ਇਸ ਵਾਰ ਜਦੋਂ ਮੈਂ ਮਹਿਕ ਨੂੰ ਫੋਨ ਲਗਾਇਆ ਤਾਂ ਫਿਰ ਮੇਰੀ ਨਜ਼ਰ ਤਾਈ ਤੇ ਚਾਚੀ ਨਾਲ ਬੈਠੀ ਬੰਨੋ ਵਾਲਾ 'ਤੇ ਪਈ। ਮੈਂ ਮੂੰਹ ਬਣਾ ਕੇ ਗੁੱਸੇ ਨਾਲ ਕਿਹਾ, ਇਹ ਇੱਥੇ ਫਿਰ ਬੈਠੀ ਹੈ ਕਿ ਹੁਣ ਇਸ ਦਾ ਤੀਜੀ ਵਾਰ ਵੀ ਤਲਾਕ ਹੋ ਗਿਆ ਹੈ। ਮੈਂ ਗੁੱਸੇ ਵਿੱਚ ਇਹ ਸ਼ਬਦ ਕਹੀ ਸਨ, ਪਰ ਮਹਿਕ ਨੇ ਮੈਨੂੰ ਅੱਖਾਂ ਦਿਖਾਉਂਦੇ ਹੋਏ ਕਿਹਾ, ਇਹ ਮਾੜੀ ਗੱਲ ਹੈ, ਕਿਸੇ ਬਾਰੇ ਇਸ ਤਰ੍ਹਾਂ ਗੱਲ ਨਹੀਂ ਕਰਦੇ ਸ਼ਵੀਨਾ। ਅਤੇ ਹਾਂ, ਉਸ ਦਾ ਸੱਚਮੁੱਚ ਤੀਜੀ ਵਾਰ ਤਲਾਕ ਹੋ ਗਿਆ ਹੈ। ਮੈਂ ਇਹ ਸੁਣ ਕੇ ਹੈਰਾਨ ਰਹਿ ਗਈ ਕਿ ਉਸ ਦਾ ਤਲਾਕ ਬਾਰ-ਬਾਰ ਕਿਉਂ ਹੋ ਰਿਹਾ ਹੈ। ਆਖਰ ਉਹ ਵਿਆਹ ਕਿਉਂ ਕਰ ਰਹੀ ਹੈ ਜਦੋਂ ਉਸ ਤੋਂ ਵਿਆਹ ਸੰਭਾਲਿਆ ਨਹੀਂ ਜਾਂਦਾ। ਮੈਂ ਤੇ ਮਹਿਕ ਉਸ ਬਾਰੇ ਗੱਲ ਕਰ ਰਹੀ ਸੀ ਜਦੋਂ ਮਹਿਕ ਨੇ ਦੱਸਿਆ ਕਿ ਉਹ ਪਿੰਡ ਵਿੱਚ ਇਕੱਲੀ ਅਜਿਹੀ ਔਰਤ ਨਹੀਂ ਹੈ, ਸਗੋਂ ਉਸ ਵਰਗੀਆਂ ਹੋਰ ਵੀ ਔਰਤਾਂ ਹਨ ਜਿਨ੍ਹਾਂ ਦੇ ਪਤੀ ਉਹਨਾਂ ਨੂੰ ਛੱਡ ਚੁੱਕੇ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਨੇ ਦੁਬਾਰਾ ਕਦੇ ਵਿਆਹ ਨਹੀਂ ਕੀਤਾ ਅਤੇ ਇਹ ਬੰਨੋ ਖਾਲਾ ਹੈ ਜੋ ਬਾਰ-ਬਾਰ ਵਿਆਹ ਦੇ ਚੱਕਰ ਵਿੱਚ ਫਸ ਜਾਂਦੀ ਹੈ। ਸਾਨੂੰ ਕੀ ਪਤਾ ਉਸ ਵਿਚਾਰੀ ਦੀ ਕੋਈ ਨਾ ਕੋਈ ਮਜਬੂਰੀ ਹੋਵੇ। ਇਸੇ ਤਰ੍ਹਾਂ ਮੈਂ ਆਪਣੀ ਮਾਂ ਨਾਲ ਵੀ ਕਈ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਮੈਨੂੰ ਇਸ ਔਰਤ ਦਾ ਮੇਰੇ ਸਹੁਰੇ ਘਰ ਆਉਣ ਜਾਣਾ ਬਿਲਕੁਲ ਵੀ ਪਸੰਦ ਨਹੀਂ ਹੈ ਅਤੇ ਉਹ ਬਾਰ-ਬਾਰ ਆਪਣੇ ਪਤੀਆਂ ਤੋਂ ਤਲਾਕ ਲੈ ਰਹੀ ਹੈ। ਉਸ ਦਾ ਕਰੀਬ 1 ਤੋਂ 2 ਮਹੀਨਿਆਂ ਦੇ ਅੰਦਰ ਤੀਜੀ ਵਾਰ ਤਲਾਕ ਹੋ ਗਿਆ ਹੈ ਅਤੇ ਮੈਂ ਵੀ ਉਸ ਨੂੰ ਇੱਕ ਹੁਸ਼ਿਆਰ ਅਤੇ ਤੇਜ਼ ਔਰਤ ਸਮਝਦੀ ਹਾਂ। ਪਰ ਫਿਰ ਵੀ ਤਾਈ ਤੇ ਚਾਚੀ ਹਰ ਵੇਲੇ ਉਸ ਨੂੰ ਆਪਣੇ ਘਰ ਬਿਠਾ ਕੇ ਰੱਖਦੇ ਹਨ। ਮੰਮੀ ਨੂੰ ਵੀ ਇਸ ਗੱਲ ਦਾ ਬਹੁਤ ਫਿਕਰ ਸੀ, ਪਰ ਅੰਮੀ ਦਾ ਕਹਿਣਾ ਸੀ ਕਿ ਉੱਥੇ ਮਹਿਕ ਹੈ, ਉਹ ਬਹੁਤ ਸਮਝਦਾਰ ਹੈ। ਜੇ ਉਹ ਔਰਤ ਗਲਤ ਹੁੰਦੀ ਤਾਂ ਉਹ ਖੁਦ ਉਸ ਨੂੰ ਘਰ ਵਿੱਚ ਦਾਖਲ ਨਹੀਂ ਹੋਣ ਦਿੰਦੀ। ਕੀ ਪਤਾ ਉਹ ਔਰਤ ਸੱਚਮੁੱਚ ਇਕੱਲੇਪਣ ਕਾਰਨ ਵਿਆਹ ਕਰਵਾ ਕੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਪਰ ਕਿ ਇਹ ਸਭ ਉਸ ਦੀ ਤਕਦੀਰ ਵਿੱਚ ਹੀ ਲਿਖਿਆ ਹੋਵੇ ਤਾਂ ਫਿਰ ਕਿਸਮਤ ਨੂੰ ਕੌਣ ਬਦਲ ਸਕਦਾ ਹੈ। ਅਤੇ ਤੁਸੀਂ ਇਹਨਾਂ ਸਾਰੀਆਂ ਗੱਲਾਂ ਵੱਲ ਇੰਨਾ ਧਿਆਨ ਨਾ ਦਿਓ, ਆਪਣੀ ਪੜ੍ਹਾਈ ਵੱਲ ਧਿਆਨ ਦਿਓ ਤੇ ਆਪਣੀ ਪ੍ਰੀਖਿਆ ਪਾਸ ਕਰੋ, ਫਿਰ ਤੁਹਾਡਾ ਵਿਆਹ ਵੀ ਕਰਨਾ ਹੈ। ਅੰਮੀ ਦੀਆਂ ਗੱਲਾਂ ਸੁਣ ਕੇ ਮੈਂ ਅਰਮਾਨ ਬਾਰੇ ਸੋਚਣ ਲੱਗ ਪਈ ਅਤੇ ਅਸੀਂ ਦੋਵੇਂ ਇੱਕ ਦੂਜੇ ਨੂੰ ਪਹਿਲਾਂ ਹੀ ਪਸੰਦ ਕਰਦੇ ਸੀ, ਕਿਉਂਕਿ ਬਚਪਨ ਤੋਂ ਹੀ ਰਿਸ਼ਤੇ ਦੀ ਗੱਲ ਸਾਡੇ ਦਿਲਾਂ ਵਿੱਚ ਸੀ। ਇੰਨੇ ਦਿਨੀ ਮੇਰੇ ਅਤੇ ਅਰਮਾਨ ਦੇ ਇਮਤਿਹਾਨ ਹੋ ਰਹੇ ਸਨ। ਅਰਮਾਨ ਕਿਸੇ ਹੋਰ ਸ਼ਹਿਰ ਵਿੱਚ ਇਮਤਿਹਾਨ ਦੇ ਰਿਹਾ ਸੀ ਅਤੇ ਮੈਂ ਇੱਥੇ ਆਪਣੇ ਸ਼ਹਿਰ ਵਿੱਚ ਇਮਤਿਹਾਨ ਵਿੱਚ ਰੁੱਝੀ ਹੋਈ ਸੀ। ਇਸ ਦੌਰਾਨ ਮੇਰਾ ਧਿਆਨ ਫਿਰ ਬੰਨੋ ਖਾਲਾ ਵੱਲ ਗਿਆ, ਕਿਉਂਕਿ ਮੈਨੂੰ ਮਹਿਕ ਤੋਂ ਪਤਾ ਲੱਗ ਗਿਆ ਸੀ ਕਿ ਕਰੀਬ 90 ਦਿਨਾਂ ਵਿੱਚ ਜਾਣੀ 3 ਮਹੀਨਿਆਂ ਵਿੱਚ 5ਵਾਂ ਤਲਾਕ ਵੀ ਹੋ ਗਿਆ ਸੀ। ਮੈਂ ਸੋਚਿਆ ਕਿ ਅਰਮਾਨ ਨਾਲ ਗੱਲ ਕਰਕੇ ਵਿਆਹ ਤੋਂ ਬਾਅਦ ਪਹਿਲਾਂ ਇਸ ਔਰਤ ਨੂੰ ਸਹੁਰੇ ਘਰ ਆਉਣ ਤੋਂ ਰੋਕਾਂਗੀ। ਮੇਰਾ ਇਮਤਿਹਾਨ ਦਾ ਸੈਂਟਰ ਬਹੁਤ ਦੂਰ ਸੀ ਅਤੇ ਮੈਂ ਇੰਨੀ ਦਿਨੀ ਇੱਕ ਕੁੜੀ ਨਾਲ ਬਹੁਤ ਚੰਗੀ ਦੋਸਤੀ ਕਰ ਲਈ ਸੀ। ਉਹ ਵਿਚਾਰੀ ਕੁੜੀ ਸਧਾਰਨ ਜਿਹੀ ਕੁੜੀ ਸੀ ਤੇ ਉਹ ਸਿਰਫ ਆਪਣੇ ਕੰਮ ਨਾਲ ਕੰਮ ਰੱਖਦੀ ਸੀ। ਉਹ ਨਾ ਤਾਂ ਬਹੁਤਾ ਬੋਲਦੀ ਸੀ ਤੇ ਨਾ ਹੀ ਮੇਰੇ ਤੋਂ ਬਿਨਾਂ ਕਿਸੇ ਨਾਲ ਦੋਸਤੀ ਕਰਦੀ ਸੀ। ਉਸ ਵਿੱਚ ਮੈਂ ਇੱਕ ਡਰ ਵੇਖ ਸਕਦੀ ਸੀ ਅਤੇ ਉਹ ਸਾਡੇ ਗੁਆਂਢ ਵਿੱਚ ਹੀ ਰਹਿੰਦੀ ਸੀ। ਇਸ ਲਈ ਮੈਂ ਉਸ ਤੋਂ ਕਾਲਜ ਦੇ ਨੋਟਸ ਲੈਣ ਲਈ ਉਸ ਨੂੰ ਆਪਣੇ ਨਾਲ ਲੈ ਆਉਂਦੀ ਸੀ ਅਤੇ ਅਸੀਂ ਦੋਵੇਂ ਇਕੱਠੀਆਂ ਹੀ ਘਰ ਵਾਪਸ ਆਉਂਦੀਆਂ। ਉਹ ਮੇਰੇ ਇਲਾਕੇ ਦੀ ਕੁੜੀ ਸੀ, ਜਦਕਿ ਮੈਂ ਉਸ ਨੂੰ ਪਹਿਲਾਂ ਕਦੇ ਨਹੀਂ ਮਿਲੀ ਸੀ। ਸ਼ਾਇਦ ਉਹ ਜ਼ਿਆਦਾਤਰ ਆਪਣੇ ਘਰ ਹੀ ਰਹਿੰਦੀ ਸੀ ਅਤੇ ਸਾਡਾ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਕੋਈ ਮੇਲ ਜੋਲ ਵੀ ਨਹੀਂ ਸੀ। ਇੱਕ ਦਿਨ ਉਸਨੇ ਕਿਹਾ, ਸੁਣੋ ਯਾਰ, ਜੇ ਤੇਰੀ ਨਜ਼ਰ ਵਿੱਚ ਕੋਈ ਚੰਗੀ ਨੌਕਰੀ ਹੈ ਤਾਂ ਪਲੀਜ਼ ਮੈਨੂੰ ਦਿਓ, ਮੈਂ ਪੇਪਰਾਂ ਦੇ ਬਾਅਦ ਕੰਮ ਕਰਨਾ ਚਾਹੁੰਦੀ ਹਾਂ। ਮੈਂ ਉਸ ਨੂੰ ਪੁੱਛਿਆ ਕਿ ਕੀ ਗੱਲ ਹੈ, ਜੇ ਕੋਈ ਸਮੱਸਿਆ ਹੈ ਤਾਂ ਮੈਨੂੰ ਦੱਸੋ, ਮੈਂ ਤੁਹਾਡੀ ਦੋਸਤ ਹਾਂ, ਕੋਈ ਗੈਰ ਨਹੀਂ ਹੋ ਸਕਦੀ ਹੈ, ਮੈਂ ਤੁਹਾਡੀ ਕੁਝ ਮਦਦ ਕਰ ਸਕਾਂ। ਮੈਂ ਦੇਖਿਆ ਹੈ ਕਿ ਤੁਸੀਂ ਹਮੇਸ਼ਾ ਇਸ ਤਰ੍ਹਾਂ ਚੁੱਪ ਅਤੇ ਡਰੇ ਹੋਏ ਰਹਿੰਦੇ ਹੋ ਅਤੇ ਕਿਸੇ ਨਾਲ ਗੱਲ ਵੀ ਨਹੀਂ ਕਰਦੇ ਅਤੇ ਜਿੱਥੋਂ ਤੱਕ ਮੇਰਾ ਖਿਆਲ ਹੈ ਤੁਹਾਨੂੰ ਨੌਕਰੀ ਦੀ ਕੀ ਲੋੜ ਹੈ। ਤੁਹਾਡਾ ਘਰ-ਬਾਰ ਬਹੁਤ ਵਧੀਆ ਹੈ ਅਤੇ ਤੁਹਾਡੇ ਪਿਤਾ ਦਾ ਵੀ ਆਪਣਾ ਕਾਰੋਬਾਰ ਹੈ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ ਕਿ ਕਿਹੜਾ ਕਾਰੋਬਾਰ ਤੇ ਕਿਹੜਾ ਪਾਪਾ।
ਇਹ ਮੇਰੇ ਮਾਮਾ ਦਾ ਘਰ ਹੈ। ਮੈਂ ਹੈਰਾਨੀ ਨਾਲ ਉਸ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ। ਉਹ ਦੱਸਣ ਲੱਗੀ, ਮੈਂ ਇੱਥੇ ਆਪ ਮਾਮੇ ਦੇ ਨਾਲ ਰਹਿੰਦੀ ਹਾਂ। ਮੇਰੇ ਮਾਤਾ ਪਿਤਾ ਦੇ ਮਰਨ ਤੋਂ ਬਾਅਦ ਮੇਰੇ ਮਾਮਾ ਜੀ ਮੇਰੇ ਸਿਰ 'ਤੇ ਹੱਥ ਰੱਖ ਕੇ ਮੈਨੂੰ ਆਪਣੇ ਨਾਲ ਲੈ ਆਏ ਅਤੇ ਉਹਨਾਂ ਦੀ ਆਪਣੀ ਕੋਈ ਔਲਾਦ ਵੀ ਨਹੀਂ ਸੀ। ਉਸ ਤੋਂ ਬਾਅਦ ਉਸ ਦੀਆਂ 2 ਧੀਆਂ ਹੋਈਆਂ, ਪਰ ਉਹ ਕਹਿੰਦੇ ਹਨ ਆਪਣਾ ਆਪਣਾ ਹੀ ਹੁੰਦਾ ਤੇ ਬਗਾਨਾ ਬਗਾਨਾ ਹੀ। ਮੇਰੇ ਮਾਮਾ ਮਾਮੀ ਉਹਨਾਂ 'ਤੇ ਆਪਣੀ ਜਾਨ ਛਿੜਕਦੇ ਹਨ ਤੇ ਮੈਨੂੰ ਬੋਝ ਸਮਝਦੇ ਹਨ। ਇਹ ਤਾਂ ਉਹਨਾਂ ਦੀ ਮਿਹਰਬਾਨੀ ਹੈ ਕਿ ਉਹ ਲੋਕਾਂ ਦੇ ਤਾਨਿਆਂ ਤੋਂ ਡਰਦੇ ਮੈਨੂੰ ਪੜ੍ਹਾ ਰਹੇ ਹਨ। ਨਹੀਂ ਤਾਂ ਲੋਕ ਕਹਿਣਗੇ ਆਪਣੇ ਬੱਚਿਆਂ ਨੂੰ ਪੜ੍ਹਾ ਲਿਆ ਤੇ ਆਪਣੀ ਭਾਣਜੀ ਨੂੰ ਅਨਪੜ੍ਹ ਰੱਖਿਆ। ਪਰ ਮਾਮੀ ਹਮੇਸ਼ਾ ਮੈਨੂੰ ਗਾਲਾਂ ਕੱਢਦੀ ਰਹਿੰਦੀ ਹੈ, ਮੇਰੀ ਜ਼ਿੰਦਗੀ ਨੂੰ ਔਖਾ ਬਣਾ ਦਿੱਤਾ ਹੈ। ਉਹ ਕਹਿੰਦੀ, ਸੁਣ ਕੁੜੀਏ, ਕਿਤੇ ਵੀ ਨੌਕਰੀ ਕਰ ਜਾਂ ਕੁਝ ਵੀ ਕਰ, ਆਪਣਾ ਬੋਝ ਆਪ ਚੱਕ। ਸਾਡੇ ਕੋਲ ਹੁਣ ਬਰਬਾਦ ਕਰਨ ਲਈ ਪੈਸੇ ਨਹੀਂ ਹਨ। ਅਸੀਂ ਆਪਣੀਆਂ ਧੀਆਂ ਲਈ ਬਹੁਤ ਕੁਝ ਕਰਨਾ ਹੈ ਅਤੇ ਇਸ ਦੇ ਉੱਪਰ ਤੁਸੀਂ ਸਾਡੇ 'ਤੇ ਬੋਝ ਬਣ ਕੇ ਬੈਠੇ ਹੋ। ਇਹ ਸਭ ਸੁਣਦੇ ਹੋਏ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਦਾ ਨਾਮ ਸਦਾ ਸੀ। ਮੈਂ ਉਸ ਦਾ ਨੰਬਰ ਲੈ ਲਿਆ ਸੀ ਅਤੇ ਉਸ ਨੂੰ ਕਿਹਾ ਸੀ ਕਿ ਚਿੰਤਾ ਨਾ ਕਰੋ, ਜੇਕਰ ਕੋਈ ਚੰਗਾ ਕੰਮ ਮਿਲਿਆ ਤਾਂ ਮੈਂ ਤੁਹਾਡੀ ਮਦਦ ਜ਼ਰੂਰ ਕਰਾਂਗੀ। ਇਸ ਤਰ੍ਹਾਂ ਉਸ ਨਾਲ ਮੇਰੀ ਚੰਗੀ ਦੋਸਤੀ ਹੋ ਗਈ ਸੀ। ਉਹ ਕਾਲਜ ਦੇ ਕੰਮ ਦੇ ਬਹਾਨੇ ਮੈਨੂੰ ਮਿਲਣ ਆ ਜਾਂਦੀ ਸੀ ਅਤੇ ਆਪਣਾ ਦਿਲ ਹਲਕਾ ਕਰ ਲੈਂਦੀ ਸੀ। ਇਮਤਿਹਾਨ ਖਤਮ ਹੋ ਚੁੱਕੇ ਸਨ। ਇੱਥੇ ਮੇਰੇ ਘਰ ਅਤੇ ਪਿੰਡ ਵਿੱਚ ਮੇਰੇ ਅਤੇ ਅਰਮਾਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਅਤੇ ਅਰਮਾਨ ਵੀ ਪੜ੍ਹਿਆ ਲਿਖਿਆ ਯੋਗ ਵਿਅਕਤੀ ਬਣ ਕੇ ਆਪਣੇ ਘਰ ਪਰਤ ਆਇਆ ਸੀ ਤੇ ਹੁਣ ਮੈਂ ਵੀ ਉਸ ਦੀ ਦੁਲਹਨ ਬਣ ਕੇ ਜਲਦੀ ਹੀ ਪਿੰਡ ਜਾ ਕੇ ਵਿਆਹ ਕਰਵਾਉਣਾ ਸੀ। ਤੇ ਦੂਜੇ ਪਾਸੇ ਮੈਂ ਤੇ ਮਹਿਕ ਵੀਡੀਓ ਕਾਲ 'ਤੇ ਕਾਫੀ ਗੱਲਾਂ ਕਰ ਰਹੇ ਸੀ ਤੇ ਮਹਿਕ ਨੇ ਮੈਨੂੰ ਡਰਾ ਦਿੱਤਾ ਸੀ। ਉਹ ਕਹਿਣ ਲੱਗੀ, ਪਤਾ ਨਹੀਂ ਸਾਡੇ ਪਿੰਡ ਦੇ ਬੰਦਿਆਂ ਦੇ ਕਿਹੋ ਜਿਹੇ ਰਾਜ ਹਨ ਜੋ ਬਾਨੋ ਖਾਲਾ ਨੇ 5 ਵਿਆਹਾਂ ਤੋਂ ਬਾਅਦ ਖੋਲ ਰੱਖੇ ਨੇ ਕਿ ਔਰਤਾਂ ਖੁਦ ਹੀ ਆਪਣੇ ਪਤੀਆਂ ਤੋਂ ਤਲਾਕ ਮੰਗ ਰਹੀਆਂ ਹਨ ਅਤੇ ਪਿੰਡ ਦੀਆਂ ਕਈ ਔਰਤਾਂ ਨੇ ਆਪਣੇ ਘਰ ਬਰਬਾਦ ਕਰ ਦਿੱਤੇ ਸਨ। ਪਤਾ ਨਹੀਂ ਔਰਤਾਂ ਹੀ ਦੋਸ਼ੀ ਸਨ ਜਾਂ ਅਸਲ ਵਿੱਚ ਮਰਦਾਂ ਦਾ ਕੋਈ ਡੂੰਘਾ ਰਾਜ ਸੀ। ਇਹ ਸੁਣ ਕੇ ਪਤਾ ਨਹੀਂ ਕਿਹੜੀਆਂ ਗੱਲਾਂ ਮੇਰੇ ਦਿਮਾਗ ਵਿੱਚ ਆਉਣ ਲੱਗ ਪਈਆਂ ਕਿ ਕਿਤੇ ਕੋਈ ਰਾਜ ਅਰਮਾਨ ਦਾ ਤਾਂ ਨਹੀਂ, ਕਿਤੇ ਵਿਆਹ ਤੋਂ ਬਾਅਦ ਮੈਨੂੰ ਕੋਈ ਰਾਜ ਪਤਾ ਲੱਗ ਜਾਵੇ ਅਤੇ ਅਰਮਾਨ ਅਤੇ ਮੇਰੇ ਵਿਚਕਾਰ ਤਲਾਕ ਹੋ ਜਾਵੇ। ਨਹੀਂ ਨਹੀਂ, ਅਜਿਹਾ ਨਹੀਂ ਹੋ ਸਕਦਾ। ਅਰਮਾਨ ਇਸ ਤਰ੍ਹਾਂ ਦਾ ਨਹੀਂ ਹੈ। ਮੈਨੂੰ ਪਤਾ ਹੈ ਕਿ ਇਹ ਸਾਰਾ ਬਕਵਾਸ ਫੈਲਾਉਣ ਵਾਲੀ ਸ਼ਾਇਦ ਉਹੀ ਬੰਨੋ ਖਾਲਾ ਹੈ ਜੋ ਪਿੰਡ ਦੀਆਂ ਔਰਤਾਂ ਨੂੰ ਭੜਕਾ ਰਹੀ ਹੈ। ਪਰ ਸੱਚਮੁੱਚ ਜੇਕਰ ਪਿੰਡ ਦੇ ਮਰਦਾਂ ਦਾ ਕੋਈ ਰਾਜ ਹੋਇਆ, ਮੈਂ ਇਹ ਸੋਚ ਕੇ ਹੀ ਪਰੇਸ਼ਾਨ ਹੋ ਰਹੀ ਸੀ ਅਤੇ ਉਸ ਸਮੇਂ ਸਦਾ ਨੇ ਆ ਕੇ ਮੈਨੂੰ ਦਿਲਾਸਾ ਦਿੱਤਾ ਅਤੇ ਸਭ ਤੋਂ ਪਹਿਲਾਂ ਤਾਂ ਉਸਨੇ ਫੋਨ 'ਤੇ ਹੀ ਵਿਆਹ ਦੀ ਤਰੀਕ ਤੈਅ ਹੋਣ ਦੀ ਗੱਲ ਸੁਣ ਕੇ ਮੈਨੂੰ ਵਧਾਈ ਦਿੱਤੀ ਅਤੇ ਫਿਰ ਮੇਰੀ ਸਮੱਸਿਆ ਦਾ ਕਾਰਨ ਪੁੱਛਿਆ। ਫਿਰ ਮੈਂ ਉਸ ਨੂੰ ਬਾਨੋ ਖਾਲਾ ਅਤੇ ਪਿੰਡ ਦੇ ਹਾਲਾਤ ਬਾਰੇ ਸਭ ਕੁਝ ਦੱਸਿਆ। ਉਸਨੇ ਮੈਨੂੰ ਕਿਹਾ, ਜਿੰਨਾ ਹੋ ਸਕੇ ਇਹਨਾਂ ਚੀਜ਼ਾਂ ਤੋਂ ਦੂਰ ਰਹੋ, ਇਹ ਤੁਹਾਡੇ ਲਈ ਚੰਗਾ ਹੋਵੇਗਾ। ਇਸ ਬਾਰੇ ਜ਼ਿਆਦਾ ਨਾ ਸੋਚੋ, ਆਪਣੇ ਵਿਆਹ ਦੀਆਂ ਤਿਆਰੀਆਂ 'ਤੇ ਧਿਆਨ ਦਿਓ ਅਤੇ ਤੁਸੀਂ ਇਹ ਜਾਣਦੇ ਹੋ ਮੈਂ ਤੁਹਾਡੇ ਵਿਆਹ ਵਿੱਚ ਨਹੀਂ ਆ ਸਕਦੀ ਕਿਉਂਕਿ ਤੁਹਾਡਾ ਵਿਆਹ ਪਿੰਡ ਵਿੱਚ ਹੀ ਹੋਵੇਗਾ ਅਤੇ ਮਾਮਾ ਅਤੇ ਮਾਮੀ ਮੈਨੂੰ ਉੱਥੇ ਨਹੀਂ ਆਉਣ ਦੇਣਗੇ। ਪਰ ਹਾਂ, ਜੇਕਰ ਮੇਰੀ ਕਿਸਮਤ ਵਿੱਚ ਕਦੇ ਤੇਰੇ ਪਿੰਡ ਆਉਣਾ ਲਿਖਿਆ ਹੋਇਆ ਤਾਂ ਤੇਰੀ ਬੰਨੋ ਖਾਲਾ ਮੇਰੇ ਹੱਥੋਂ ਬਚ ਨਹੀਂ ਸਕੇਗੀ। ਮੈਂ ਸਦਾ ਦੇ ਚੁਟਕਲੇ ਸੁਣ ਕੇ ਹੱਸ ਪਈ। ਜਦੋਂ ਤੋਂ ਮੇਰੇ ਭਰਾ ਰਾਹੀਂ ਸਦਾ ਨੂੰ ਨੌਕਰੀ ਮਿਲੀ ਸੀ, ਹੁਣ ਉਹ ਬਹੁਤ ਖੁਸ਼ ਸੀ ਅਤੇ ਉਸ ਦੀ ਮਾਮੀ ਨੇ ਉਸ ਨੂੰ ਪਰੇਸ਼ਾਨ ਕਰਨਾ ਬੰਦ ਕਰ ਦਿੱਤਾ ਸੀ ਕਿਉਂਕਿ ਉਹ ਹੁਣ ਆਪਣੇ ਖਰਚਿਆਂ ਦੀ ਦੇਖਭਾਲ ਕਰਨ ਦੇ ਯੋਗ ਸੀ। ਮੈਨੂੰ ਆਪਣੇ ਵੱਡੇ ਭਰਾ ਲਈ ਸਦਾ ਬਹੁਤ ਪਸੰਦ ਸੀ ਅਤੇ ਅੰਮੀ ਅਤੇ ਅੱਬਾ ਨੂੰ ਵੀ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ ਸੀ। ਅਸੀਂ ਮੇਰੇ ਵਿਆਹ ਤੋਂ ਬਾਅਦ ਇਸ ਰਿਸ਼ਤੇ ਬਾਰੇ ਗੱਲ ਕਰਨ ਬਾਰੇ ਸੋਚਿਆ। ਸਦਾ ਨੂੰ ਵੀ ਇਸ ਰਿਸ਼ਤੇ ਤੋਂ ਕੋਈ ਇਨਕਾਰ ਨਹੀਂ ਸੀ, ਪਰ ਉਹ ਆਪਣੇ ਮਾਮਾ ਮਾਮੀ ਤੋਂ ਡਰਦੀ ਸੀ। ਫਿਲਹਾਲ ਅੰਮੀ ਉਹਨਾਂ ਦੇ ਘਰ ਜਾ ਕੇ ਇਸ ਬਾਰੇ ਉਸਦੇ ਮਾਮਾ ਮਾਮੀ ਨਾਲ ਗੱਲ ਕਰ ਆਈ ਸੀ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਉਹ ਸੋਚ ਕੇ ਦੱਸਣਗੇ। ਦੂਜੇ ਪਾਸੇ ਅਸੀਂ ਸਾਰਾ ਸਮਾਨ ਆਦਿ ਲੈ ਕੇ ਪਿੰਡ ਨੂੰ ਰਵਾਨਾ ਹੋ ਗਏ ਸੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਪਿੰਡ ਵਿੱਚ ਹੀ ਕਰਨੀਆਂ ਸਨ ਕਿਉਂਕਿ ਸਾਡਾ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਪਿੰਡ ਵਿੱਚ ਹੀ ਰਹਿੰਦੇ ਸਨ।
ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ ਅਤੇ ਮੇਰੇ ਕਜ਼ਨ ਤੇ ਭਰਾਵਾਂ ਨੇ ਬੜੀ ਧੂਮਧਾਮ ਨਾਲ ਮੈਨੂੰ ਵਿਦਾ ਕਰਨ ਅਤੇ ਆਪਣੀ ਭਰਜਾਈ ਦੇ ਰੂਪ ਵਿੱਚ ਘਰ ਲੈ ਕੇ ਆਉਣ ਦੀਆਂ ਤਿਆਰੀਆਂ ਕੀਤੀਆਂ ਸਨ। ਅਰਮਾਨ ਅਤੇ ਮੈਂ ਆਪਣੀ ਆਉਣ ਵਾਲੀ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ। ਹਜ਼ਾਰਾਂ ਸੁਪਨੇ ਸਾਡੀਆਂ ਅੱਖਾਂ ਵਿੱਚ ਸਨ ਅਤੇ ਫਿਰ ਵਿਆਹ ਦੀਆਂ ਸਾਰੀਆਂ ਰਸਮਾਂ ਧੂਮਧਾਮ ਨਾਲ ਕੀਤੀਆਂ ਗਈਆਂ ਅਤੇ ਨਿਕਾਹ ਤੋਂ ਬਾਅਦ ਨੂੰਹ ਦੇ ਰੂਪ ਵਿੱਚ ਆਪਣੇ ਸਹੁਰੇ ਘਰ ਲੈ ਗਏ। ਘਰ ਦੇ ਸਾਰੇ ਲੋਕ ਬਹੁਤ ਖੁਸ਼ ਸਨ ਅਤੇ ਪਰ ਮੇਰੀਆਂ ਦੋਵੇਂ ਚਾਚੀਆਂ ਦੇ ਰਵੱਈਏ ਤੋਂ ਮੈਨੂੰ ਪੂਰੇ ਵਿਆਹ ਵਿੱਚ ਬਹੁਤ ਅਜੀਬ ਮਹਿਸੂਸ ਹੋਇਆ, ਜਿਵੇਂ ਉਹ ਖੁਸ਼ ਨਹੀਂ ਸਨ। ਉਹ ਸਭ ਦੇ ਸਾਹਮਣੇ ਖੁਸ਼ੀਆਂ ਵਿੱਚ ਸ਼ਾਮਲ ਹੋਣ ਦਾ ਦਿਖਾਵਾ ਕਰ ਰਹੀਆਂ ਸਨ। ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਮੈਂ ਉਸ ਘਰ ਵਿੱਚ ਨਵੀਂ ਦੁਲਹਨ ਸੀ। ਮੇਰੇ ਵਿਆਹ ਨੂੰ 2 ਮਹੀਨੇ ਹੋ ਗਏ ਸਨ, ਪਰ ਚਾਚਾ ਚਾਚੀਆਂ ਦੇ ਬੱਚਿਆਂ ਦੀ ਲੜਾਈ ਦਿਨੋਂ ਦਿਨ ਵੱਧਦੀ ਹੀ ਗਈ। ਮੇਰੀ ਸਮਝ ਤੋਂ ਬਾਹਰ ਸੀ ਕਿ ਝਗੜੇ ਦਾ ਅਸਲ ਕਾਰਨ ਕੀ ਸੀ, ਪਰ ਇੱਕ ਦਿਨ ਸਾਡੇ ਘਰ ਦੇ ਵਿਹੜੇ ਵਿੱਚ ਤਾਈ ਨਾਲ ਕੋਈ ਬੈਠਾ ਸੀ। ਮੈਂ ਸੋਚਿਆ ਚਾਚੀ ਦਾ ਕੋਈ ਖਾਸ ਮਹਿਮਾਨ ਆਇਆ ਹੋਵੇਗਾ। ਮੈਂ ਉਹਨਾਂ ਲਈ ਚਾਹ ਅਤੇ ਨਾਸ਼ਤਾ ਤਿਆਰ ਕੀਤਾ ਅਤੇ ਉਹਨਾਂ ਨੂੰ ਦੇਣ ਲਈ ਜਾਣ ਲੱਗੀ ਤਾਂ ਮਹਿਕ ਨੇ ਮੈਨੂੰ ਰੋਕ ਲਿਆ ਤੇ ਕਿਹਾ, ਕਿੱਥੇ ਚੱਲੀ ਆਂ? ਮੈਂ ਕਿਹਾ ਕਿ ਕੋਈ ਮਹਿਮਾਨ ਹੈ, ਮੈਂ ਉਹਨਾਂ ਲਈ ਕੁਝ ਲੈ ਕੇ ਜਾ ਰਹੀ ਹਾਂ। ਮਹਿਕ ਨੇ ਹੱਸ ਕੇ ਕਿਹਾ ਕਿ ਤੁਸੀਂ ਜਾਣਦੇ ਹੋ ਉਹ ਕੌਣ ਹੈ? ਮੈਂ ਨਾ ਵਿੱਚ ਸਿਰ ਹਿਲਾਇਆ। ਮਹਿਕ ਨੇ ਕਿਹਾ, ਤੇਰੀ ਪੁਰਾਣੀ ਦੁਸ਼ਮਣ ਬੰਨੋ ਖਾਲਾ ਹੈ। ਮੈਂ ਨਾਸ਼ਤਾ ਲਾ ਕੇ ਹਾਲ ਵੱਲ ਚੱਲ ਪਈ ਕਿਉਂਕਿ ਮੈਂ ਤਾਈ ਨੂੰ ਚਾਹ ਨਾਸ਼ਤਾ ਲਿਆਉਣ ਲਈ ਕਹਿ ਦਿੱਤਾ ਸੀ। ਅੱਜ ਮੇਰੇ ਪਹਿਲੀ ਵਾਰ ਸੀ ਜਦੋਂ ਮੈਂ ਬੰਨੋ ਖਾਲਾ ਦੇ ਸਾਹਮਣੇ ਆਈ ਸੀ। ਇਸ ਤੋਂ ਪਹਿਲਾਂ ਮੈਂ ਉਸ ਨੂੰ ਦੂਰੋਂ ਹੀ ਦੇਖਿਆ ਸੀ। ਚਿਹਰੇ ਤੋਂ ਉਹ ਬਹੁਤ ਚਲਾਕ ਤੇ ਖਤਰਨਾਕ ਲੱਗ ਰਹੀ ਸੀ। ਉਹ ਮੇਰੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੀ, ਜਿਉਂਦੇ ਰਹੋ। ਮੇਰੀ ਸੱਸ ਨੂੰ ਕਹਿਣ ਲੱਗੀ ਕਿ ਤੇਰੀ ਨੂੰਹ ਬਹੁਤ ਸੋਹਣੀ ਹੈ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਅਤੇ ਮੈਂ ਬਿਨਾਂ ਕਿਸੇ ਝਿਜਕ ਤੇ ਰਸੋਈ ਵਿੱਚ ਵਾਪਸ ਆ ਗਈ। ਉਸ ਸਮੇਂ ਮਹਿਕ ਵੀ ਮੈਨੂੰ ਡਰਦੀ ਦੇਖ ਕੇ ਹੱਸਦੀ ਹੋਈ ਬੋਲੀ, ਓਏ ਤੂੰ ਤਾਂ ਇੰਨੀ ਡਰੀ ਹੋਈ ਹੈ ਜਿਵੇਂ ਉਹ ਤੈਨੂੰ ਖਾ ਜਾਏਗੀ। ਫਿਰ ਮੈਂ ਅਤੇ ਮਹਿਕ ਉਸ ਦੀਆਂ ਗੱਲਾਂ ਕਰਨ ਲੱਗ ਪਏ। ਸਾਨੂੰ ਤਾਂ ਪਹਿਲੇ ਦਿਨ ਹੀ ਬੰਨੋ ਖਾਲਾ ਦਾ ਘਰ ਆਉਣਾ ਪਸੰਦ ਨਹੀਂ ਸੀ। ਜਦੋਂ ਮਹਿਕ ਨੇ ਉਸ ਦੇ ਵਿਆਹ ਅਤੇ 5 ਤਲਾਕ ਦੇ ਬਾਰੇ ਦੱਸਿਆ, ਉਦੋਂ ਤੋਂ ਮੇਰਾ ਦਿਲ ਹੋਰ ਹੀ ਵੀ ਡਰ ਗਿਆ ਸੀ। ਮੈਂ ਰਸੋਈ ਦਾ ਕੰਮ ਨਿਬੇੜ ਕੇ ਆਪਣੇ ਕਮਰੇ ਵੱਲ ਜਾ ਰਹੀ ਸੀ ਕਿ ਅਚਾਨਕ ਮੇਰੀ ਨਜ਼ਰ ਛੋਟੀ ਚਾਚੀ ਦੇ ਕਮਰੇ ਤੇ ਪਈ। ਬੰਨੋ ਖਾਲਾ ਅੰਦਰ ਮੌਜੂਦ ਸੀ ਅਤੇ ਚਾਚੀ ਨਾਲ ਲੁਕ ਛਿਪ ਕੇ ਗੱਲਾਂ ਕਰ ਰਹੀ ਸੀ ਅਤੇ ਉਸ ਤੋਂ ਬਾਅਦ ਡਰ ਕੇ ਬਾਹਰ ਚਲੀ ਗਈ। ਪਰ ਅਗਲੇ ਹੀ ਦਿਨ ਜਦੋਂ ਚਾਚੀ ਨੇ ਆਪਣੇ ਪਤੀ ਨਾਲ ਸਾਰੇ ਘਰ ਅਤੇ ਸਾਰਿਆਂ ਦੇ ਸਾਹਮਣੇ ਹੰਗਾਮਾ ਮਚਾ ਦਿੱਤਾ, ਜਦੋਂ ਚਾਚਾ ਪੁੱਛਣ ਲੱਗਾ ਤਾਂ ਸਾਡੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਨਿੱਕੇ ਮੋਟੇ ਝਗੜਿਆਂ ਨਾਲ ਅੱਜ ਹਾਲਾਤ ਇਹ ਹੋ ਗਈ ਸੀ ਕਿ ਮਾਸੀ ਨੇ ਤਲਾਕ ਮੰਗ ਲਿਆ। ਮਾਸੀ ਨੇ ਦੱਸਿਆ ਕਿ ਚਾਚੇ ਦੇ ਕਿਸੇ ਹੋਰ ਔਰਤ ਨਾਲ ਸੰਬੰਧ ਹਨ ਅਤੇ ਉਸ ਦਾ ਰਾਜ ਖੁੱਲ੍ਹ ਗਿਆ ਹੈ। ਉਸ ਨੇ ਮੈਨੂੰ ਕਿਸੇ ਵੀ ਕੀਮਤ ਤੇ ਛੱਡ ਹੀ ਦੇਣਾ ਹੈ। ਇਹ ਸੁਣ ਕੇ ਹਰ ਕੋਈ ਸਵਾਲੀਆ ਨਜ਼ਰਾਂ ਨਾਲ ਚਾਚੇ ਨੂੰ ਦੇਖਣ ਲੱਗਾ, ਪਰ ਚਾਚਾ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਸੀ ਤੇ ਕਹਿ ਰਿਹਾ ਸੀ, ਯਾਰ ਉਹ ਮੇਰੇ ਤੇ ਝੂਠੇ ਇਲਜ਼ਾਮ ਲਗਾ ਰਹੀ ਹੈ। ਸ਼ਾਇਦ ਉਹ ਪਾਗਲ ਹੋ ਗਈ ਹੈ। ਇਸ ਉਮਰ ਵਿੱਚ ਮੈਂ ਇਹ ਸਭ ਕਰਾਂਗਾ। ਮੈਂ ਆਪਣੇ ਬੱਚਿਆਂ ਦੀ ਸਹੁੰ ਖਾਂਦਾ ਹਾਂ। ਅਜਿਹਾ ਕੁਝ ਨਹੀਂ ਹੈ। ਪਰ ਚਾਚੀ ਗੁੱਸੇ ਵਿੱਚ ਪਾਗਲ ਹੋ ਰਹੀ ਸੀ ਅਤੇ ਬਿਨਾਂ ਕੁਝ ਸੋਚੇ ਆਪਣਾ ਸਮਾਨ ਚੁੱਕ ਕੇ ਘਰੋਂ ਨਿਕਲ ਕੇ ਆਪਣੇ ਪੇਕੇ ਘਰ ਚਲੀ ਗਈ। ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੀ। ਮੈਂ ਅਤੇ ਮਹਿਕ ਇੱਕ ਦੂਜੇ ਵੱਲ ਦੇਖ ਰਹੇ ਸੀ, ਜਿਵੇਂ ਸਾਨੂੰ ਪਤਾ ਸੀ ਕਿ ਇਹ ਸਭ ਕਿਉਂ ਹੋ ਰਿਹਾ ਹੈ। ਇਸੇ ਤਰ੍ਹਾਂ 10-12 ਦਿਨਾਂ ਬਾਅਦ ਦੂਜੀ ਚਾਚੀ ਨੇ ਵੀ ਘਰ ਵਿੱਚ ਹੰਗਾਮਾ ਮਚਾ ਦਿੱਤਾ ਅਤੇ ਕਿਹਾ, ਚਾਚੇ ਨੇ ਉਸ ਨਾਲ ਧੋਖਾ ਕੀਤਾ ਹੈ। ਉਸ ਨੇ ਮੇਰੇ ਸਾਰੇ ਗਹਿਣੇ ਵੇਚ ਦਿੱਤੇ ਅਤੇ ਉਹ ਚੋਰੀ ਅਤੇ ਡਕੈਤੀ ਦਾ ਕੰਮ ਕਰਦਾ ਹੈ। ਮੈਂ ਉਹਨਾਂ ਨਾਲ ਨਹੀਂ ਰਹਿ ਸਕਦੀ। ਮੈਂ ਤਲਾਕ ਚਾਹੁੰਦੀ ਹਾਂ। ਦੂਜੀ ਚਾਚੀ ਵੀ ਘਰ ਛੱਡ ਕੇ ਜਾ ਚੁੱਕੀ ਸੀ। ਮੇਰਾ ਦਿਲ ਬਹੁਤ ਸਦਮੇ ਵਿੱਚ ਸੀ। ਇਹ ਸਭ ਮੇਰੇ ਸਹੁਰੇ ਘਰ ਕੀ ਹੋ ਰਿਹਾ ਹੈ? ਮੈਂ ਬਹੁਤ ਹੈਰਾਨ ਸੀ ਕਿ ਮੈਂ ਦੋਵੇਂ ਚਾਚੀਆਂ ਨੂੰ ਬੰਨੋ ਦੀ ਨਾਲ ਗੱਲਾਂ ਕਰਦੇ ਸੁਣਿਆ ਸੀ ਅਤੇ ਅੱਜ ਉਹ ਦੋਵੇਂ ਘਰੋਂ ਚਲੀਆਂ ਗਈਆਂ ਸਨ। ਮੇਰੇ ਦੋਵੇਂ ਚਾਚੇ ਤਲਾਕ ਦੇਣ ਲਈ ਤਿਆਰ ਨਹੀਂ ਸਨ ਅਤੇ ਕਹਿੰਦੇ ਸਨ ਕਿ ਦੋਵਾਂ ਦੀ ਅਕਲ ਟਿਕਾਣੇ ਆ ਜਾਵੇਗੀ ਤਾਂ ਉਹ ਆਪਣੇ ਆਪ ਘਰ ਪਰਤ ਆਉਣਗੀਆਂ। ਪਰ ਮੇਰਾ ਦਿਲ ਕਹਿ ਰਿਹਾ ਸੀ ਕਿ ਚਾਚੀ ਹੁਣ ਵਾਪਸ ਨਹੀਂ ਆਵੇਗੀ ਕਿਉਂਕਿ ਉਸ ਨਾਲ ਅਜਿਹਾ ਕੁਝ ਜ਼ਰੂਰ ਹੋਇਆ ਹੋਵੇਗਾ। ਉਸੇ ਦਿਨ ਬੈਠਿਆਂ ਮੈਨੂੰ ਅਚਾਨਕ ਸਦਾ ਦੀ ਯਾਦ ਆਈ। ਫਿਰ ਮੈਂ ਫੋਨ ਤੇ ਵੀਡੀਓ ਕਾਲ ਕੀਤੀ ਤੇ ਉਸ ਨੂੰ ਬੰਨੋ ਖਾਲਾ ਦੇ ਸਹੁਰੇ ਘਰ ਆਉਣ ਵਾਲੀ ਸਾਰੀ ਗੱਲ ਦੱਸੀ ਤੇ ਇਸ ਦਾ ਹਾਲ ਚਾਲ ਪੁੱਛਿਆ। ਉਸ ਨੇ ਵੀ ਮੈਨੂੰ ਕਿਹਾ ਸੀ ਕਿ ਇੱਕ ਵਾਰ ਮੈਨੂੰ ਬੰਨੋ ਖਾਲਾ ਨਾਲ
ਜ਼ਰੂਰ ਮਿਲਵਾਈ। ਇਸ ਵਿੱਚ ਬਾਹਰੋਂ ਖਾਲਾ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਹੁਣ ਉਹ ਕੋਈ ਨਵਾਂ ਕਲੇਸ਼ ਪਾਉਣ ਆ ਗਈ ਸੀ। ਮੈਂ ਉਸ ਦੀ ਤਸਵੀਰ ਲੈ ਕੇ ਸਦਾ ਨੂੰ ਭੇਜ ਦਿੱਤੀ, ਪਰ ਮੈਨੂੰ ਪਤਾ ਨਹੀਂ ਸੀ ਕਿ ਅਜਿਹਾ ਕਰਨ ਦਾ ਨਤੀਜਾ ਕੀ ਹੋਵੇਗਾ। ਉਸ ਦੀ ਕਾਲ ਕੱਟ ਗਈ ਅਤੇ ਉਹ ਪੂਰੀ ਤਰ੍ਹਾਂ ਗਾਇਬ ਹੋ ਗਈ ਅਤੇ ਉਸ ਤੋਂ ਬਾਅਦ 2 ਮਹੀਨੇ ਬੀਤ ਚੁੱਕੇ ਸਨ, ਪਰ ਮੇਰੀ ਉਸ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ ਅਤੇ ਮੈਂ ਅੰਮੀ ਨੂੰ ਕਈ ਵਾਰ ਪੁੱਛਿਆ। ਉਸਨੇ ਇਹ ਵੀ ਦੱਸਿਆ ਕਿ ਸਦਾ ਕੁਝ ਦਿਨਾਂ ਤੋਂ ਆਪਣੇ ਘਰ ਨਹੀਂ ਹੈ ਅਤੇ ਨਾ ਹੀ ਉਹ ਇਹਨਾਂ ਲੋਕਾਂ ਨਾਲ ਗੱਲ ਕਰਦੀ ਹੈ। ਇੱਥੇ ਬੰਨੋ ਨੇ ਆਪਣਾ ਅਗਲਾ ਸ਼ਿਕਾਰ ਚੁਣ ਲਿਆ ਸੀ। ਮੈਨੂੰ ਹੁਣ ਬੰਨੋ ਖਾਲਾ ਚੰਗੀ ਲੱਗਣ ਲੱਗ ਪਈ ਸੀ। ਸ਼ਾਇਦ ਮੈਂ ਉਹਨਾਂ ਬਾਰੇ ਗਲਤ ਤਰੀਕੇ ਨਾਲ ਸੋਚ ਰਹੀ ਸੀ। ਉਹ ਤਾਂ ਵਿਚਾਰੀ ਸੱਚਮੁੱਚ ਹੀ ਕਿਸਮਤ ਦੀ ਮਰੀ ਸੀ। ਜਦੋਂ ਵੀ ਉਹ ਮੈਨੂੰ ਆਪਣੀ ਦੁੱਖ ਭਰੀ ਕਹਾਣੀ ਸੁਣਾਉਂਦੀ, ਮੈਂ ਸੱਚਮੁੱਚ ਉਸ ਨੂੰ ਬੇਕਸੂਰ ਸਮਝਦੀ। ਮੈਨੂੰ ਸਾਰਾ ਕਸੂਰ ਮਰਦ ਜਾਤ ਦਾ ਹੀ ਲੱਗਿਆ, ਕਿਉਂਕਿ ਅਸਲ ਵਿੱਚ ਪਿੰਡ ਦੇ ਇਹ ਬੰਦੇ ਚੰਗੇ ਚਰਿੱਤਰ ਵਾਲੇ ਨਹੀਂ ਹਨ, ਖਾਸ ਕਰਕੇ ਜ਼ਮੀਨ ਜਾਇਦਾਦ ਵਾਲੇ। ਇਹ ਬਰਦਾਸ਼ਤ ਅਤੇ ਸਖਤ ਆਦਮੀ ਔਰਤਾਂ ਨੂੰ ਮੂਰਖ ਬਣਾਉਂਦੇ ਹਨ। ਉਹ ਪਿਆਰ ਨਾਲ ਉਹਨਾਂ ਨੂੰ ਭਰਮਾਉਂਦੇ ਹਨ ਅਤੇ ਦੂਸਰੀਆਂ ਔਰਤਾਂ ਨਾਲ ਸੰਬੰਧ ਬਣਾਉਂਦੇ ਹਨ। ਕੁਝ ਦਿਨਾਂ ਤੋਂ ਮੇਰਾ ਤੇ ਅਰਮਾਨ ਦਾ ਰਿਸ਼ਤਾ ਵੀ ਠੀਕ ਨਹੀਂ ਚੱਲ ਰਿਹਾ ਸੀ। ਛੋਟੀ ਛੋਟੀ ਗੱਲ ਤੇ ਮੇਰੀ ਉਸ ਨਾਲ ਲੜਾਈ ਹੋ ਜਾਂਦੀ ਸੀ। ਸਾਡੇ ਵਿਚਕਾਰ ਦੂਰੀਆਂ ਵੱਧ ਰਹੀਆਂ ਸਨ। ਪਤਾ ਨਹੀਂ ਕਿਉਂ ਮੇਰਾ ਦਿਲ ਅਰਮਾਨ ਤੇ ਸ਼ੱਕ ਕਰਨ ਲੱਗਾ, ਕਿਉਂਕਿ ਉਹ ਰਾਤ ਨੂੰ ਉੱਠ ਕੇ ਕਿਸੇ ਹੋਰ ਔਰਤ ਨਾਲ ਫੋਨ ਤੇ ਚੁੱਪ ਚਪੀਤੇ ਗੱਲਾਂ ਕਰਦਾ ਰਹਿੰਦਾ ਸੀ ਤੇ ਮੈਨੂੰ ਲੱਗਣ ਲੱਗਾ ਸੀ ਕਿ ਅਰਮਾਨ ਵੀ ਪਿੰਡ ਦੇ ਬਾਕੀ ਮਰਦਾਂ ਵਾਂਗ ਹੀ ਹੈ, ਜੋ ਆਖਿਰ ਉਹ ਵੀ ਹੈ। ਉਹ ਪਿੰਡ ਦੇ ਜ਼ਿਮੀਂਦਾਰ ਦਾ ਲੜਕਾ ਹੈ ਅਤੇ ਫਿਰ ਤਾਊ ਨੇ ਵੀ ਕਈ ਸਾਲ ਪਹਿਲਾਂ ਤਾਈ ਨਾਲ ਬੇਵਫਾਈ ਕੀਤੀ ਸੀ। ਉਸ ਸਮੇਂ ਦਾਦਾ ਜੀ ਹਰ ਗੱਲ ਦਾ ਧਿਆਨ ਰੱਖਦੇ ਸਨ ਅਤੇ ਤਾਊ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾ ਕੇ ਮਾਮਲੇ ਨੂੰ ਸੰਭਾਲਦੇ ਸਨ। ਦੂਜੇ ਪਾਸੇ ਸਾਡੇ ਦੋਵੇਂ ਚਾਚੇ ਵੀ ਚਾਚੀਆਂ ਨੂੰ ਧੋਖਾ ਦਿੰਦੇ ਸਨ। ਇਸ ਦਾ ਮਤਲਬ ਬੰਨੋ ਖਾਲਾ ਸਹੀ ਸੀ, ਆਪਣੀ ਥਾਂ ਤੇ ਬਿਲਕੁਲ ਸਹੀ ਸੀ। ਉਹ ਉਸਦੇ ਸਾਰੇ ਪਤੀਆਂ ਨੇ ਉਸ ਨਾਲ ਅਜਿਹਾ ਹੀ ਕੀਤਾ ਹੈ। ਮੇਰੀ ਗੱਲ ਵੀ ਸ਼ੱਕ ਕਾਰਨ ਇੰਨੀ ਵਿਗੜ ਗਈ ਸੀ ਕਿ ਮੈਂ ਅਰਮਾਨ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਸਾਡੇ ਝਗੜੇ ਇੰਨੇ ਵੱਡੇ ਹੋ ਗਏ ਸਨ ਕਿ ਹੁਣ ਮੈਂ ਵੀ ਅਰਮਾਨ ਨੂੰ ਤਲਾਕ ਦੇਣ ਦੀ ਇੱਛਾ ਰੱਖਦੀ ਸੀ। ਉਨੇ ਦਿਨੀ ਸਦਾ ਮੇਰੇ ਮਾਤਾ ਪਿਤਾ ਨਾਲ ਸਾਡੇ ਘਰ ਆਈ ਸੀ। ਮੈਨੂੰ ਉਸ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ, ਪਰ ਅੰਮੀ ਅਤੇ ਅੱਬਾ ਨੂੰ ਦੇਖ ਕੇ ਮੈਨੂੰ ਰੋਣ ਦਾ ਮਨ ਹੋਇਆ ਅਤੇ ਉਹਨਾਂ ਨੂੰ ਜੱਫੀ ਪਾ ਕੇ ਮੈਂ ਰੋਣ ਲੱਗ ਪਈ ਅਤੇ ਅਰਮਾਨ ਦੀਆਂ ਸਾਰੀਆਂ ਸ਼ਿਕਾਇਤਾਂ ਉਹਨਾਂ ਨੂੰ ਦੱਸ ਦਿੱਤੀਆਂ। ਪਰ ਉਦੋਂ ਹੀ ਅੰਮੀ ਅਤੇ ਅੱਬਾ ਨੇ ਦੱਸਿਆ ਕਿ ਅਸੀਂ ਤੁਹਾਡੇ ਚਾਚਾ ਜੀ ਦੇ ਕਹਿਣ ਤੇ ਹੀ ਤੁਹਾਨੂੰ ਮਿਲਣ ਆਏ ਹਾਂ। ਮੈਂ ਹੈਰਾਨ ਰਹਿ ਗਈ, ਇਹ ਸਭ ਕੀ ਹੋ ਰਿਹਾ ਹੈ, ਕਿਉਂਕਿ ਕੁਝ ਦਿਨਾਂ ਤੋਂ ਬੰਨੋ ਖਾਲਾ ਨੇ ਇੱਥੇ ਆਉਣਾ ਬੰਦ ਕਰ ਦਿੱਤਾ ਸੀ, ਪਰ ਸਦਾ ਦੇ ਸਬਰ ਨੇ ਹੁਣ ਜਵਾਬ ਦੇ ਦਿੱਤਾ ਸੀ। ਉਹ ਮੈਨੂੰ ਜੱਫੀ ਪਾ ਕੇ ਰੋਣ ਲੱਗੀ। ਬੰਨੋ ਖਾਲਾ ਹੋਰ ਕੋਈ ਨਹੀਂ, ਮੇਰੀ ਮਾਂ ਹੈ। ਮੈਂ ਸੁਣਦੇ ਹੀ ਹੈਰਾਨ ਰਹਿ ਗਈ। ਉਸਨੇ ਦੱਸਿਆ ਕਿ ਬਚਪਨ ਵਿੱਚ ਜਦੋਂ ਉਹ ਬਹੁਤ ਛੋਟੀ ਸੀ ਤਾਂ ਉਸ ਨੂੰ ਉਸਦੇ ਮਾਮੇ ਨੇ ਗੋਦ ਲਿਆ ਸੀ, ਪਰ ਉਸਨੇ ਦੱਸਿਆ ਸੀ ਕਿ ਉਸਦੇ ਮਾਤਾ ਪਿਤਾ ਮਰ ਚੁੱਕੇ ਹਨ। ਪਰ ਜਦੋਂ ਮੈਂ ਉਸ ਦਿਨ ਬੰਨੋ ਖਾਲਾ ਦੀ ਤਸਵੀਰ ਦੇਖੀ ਤਾਂ ਮੈਂ ਹੈਰਾਨ ਰਹਿ ਗਈ, ਕਿਉਂਕਿ ਮੇਰੀ ਮਾਂ ਜਿੰਦਾ ਸੀ। ਪਰ ਜਦੋਂ ਮੈਂ ਮਾਮੇ ਅਤੇ ਮਾਮੇ ਤੇ ਸ਼ੱਕ ਕੀਤਾ ਅਤੇ ਉਹਨਾਂ ਬਾਰੇ ਸਾਰੀ ਜਾਣਕਾਰੀ ਲਈ ਤਾਂ ਪਤਾ ਲੱਗਾ ਕਿ ਮੇਰੀ ਮਾਂ ਅਤੇ ਮਾਮਾ ਅਸਲੀ ਭੈਣ ਭਰਾ ਨਹੀਂ ਸਨ। ਜਦੋਂ ਸਦਾ ਨੇ ਨਾਨਾ ਨਾਨੀ ਨੇ ਸਾਰੀ ਜਾਇਦਾਦ, ਪੈਸਾ, ਮਕਾਨ ਅਤੇ ਕਾਰੋਬਾਰ ਸਦਾ ਦੀ ਮਾਂ ਦੇ ਨਾਮ ਕਰ ਦਿੱਤਾ ਸੀ। ਜਦੋਂ ਸਦਾ ਦੀ ਮਾਂ ਨੇ ਭੱਜ ਗਈ ਅਤੇ ਵਿਆਹ ਕਰਵਾ ਲਿਆ ਅਤੇ ਕਿਸਮਤ ਨਾਲ ਉਸ ਨੂੰ ਧੋਖਾ ਮਿਲਿਆ। ਉਸ ਨੇ ਸਦਾ ਦੀ ਮਾਂ ਨੂੰ ਇਕੱਲਾ ਛੱਡ ਕੇ ਉਸ ਨੂੰ ਤਲਾਕ ਦੇ ਦਿੱਤਾ ਸੀ ਅਤੇ ਪਹਿਲਾਂ ਹੀ ਸਾਰੇ ਪੈਸੇ ਹੜਪ ਲਏ ਸਨ। ਸਦਾ ਦੀ ਮਾਂ ਜਦੋਂ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੀ ਅਤੇ ਮਾਨਸਿਕ ਰੋਗੀ ਬਣ ਗਈ ਅਤੇ ਇਸ ਤਰ੍ਹਾਂ ਸਦਾ ਦੇ ਜਨਮ ਤੇ ਹੀ ਮਾਮਾ ਅਤੇ ਮਾਮੀ ਸਦਾ ਨੂੰ ਆਪਣੇ ਨਾਲ ਘਰ ਲੈ ਆਈ ਅਤੇ ਉਸ ਦੀ ਮਾਂ ਨੂੰ ਪਾਗਲਖਾਨੇ 'ਚ ਦਾਖਲ ਕਰਵਾ ਦਿੱਤਾ ਅਤੇ ਸਦਾ ਦੀ ਸਾਰੀ ਦੌਲਤ ਅਤੇ ਜਾਇਦਾਦ ਆਪਣੇ ਕਬਜ਼ੇ 'ਚ ਲੈ ਲਈ। ਸਭ ਕੁਝ ਉਹਨਾਂ ਨੇ ਆਪਣੇ ਨਾਮ ਤੇ ਕਰ ਲਿਆ ਸੀ ਅਤੇ ਇਹੀ ਕਾਰਨ ਸੀ ਕਿ ਹਮੇਸ਼ਾ ਲਈ ਉਹਨਾਂ ਦੇ ਸਦਾ ਨੂੰ ਆਪਣੇ ਕੋਲ ਰੱਖ ਲਿਆ ਸੀ। ਇਸ ਤੋਂ ਬਾਅਦ ਸਦਾ ਦੀ ਮਾਂ ਪਾਗਲਖਾਨੇ ਤੋਂ ਭੱਜ ਕੇ ਇਸ ਪਿੰਡ ਪਹੁੰਚੀ ਅਤੇ ਉਸ ਨੇ ਇੱਥੇ ਦੀਆਂ ਔਰਤਾਂ ਦੇ ਵਿਆਹੁਤਾ ਜੀਵਨ ਨੂੰ ਆਪਣੇ ਨਾਲ ਜੋੜ ਲਿਆ ਅਤੇ ਇਸੇ ਲਈ ਉਹ ਖੁਦ ਵੀ ਬਾਰ-ਬਾਰ ਵਿਆਹ ਕਰਵਾਉਂਦੀ ਰਹੀ ਅਤੇ ਜਦੋਂ ਵੀ ਉਹ ਦੌਰੇ ਦੌਰਾਨ ਸਭ ਕੁਝ ਯਾਦ ਕਰਦੀ ਸੀ ਤਾਂ ਉਸ ਦੇ ਪਤੀ ਨੂੰ ਉਸ ਦੀ ਮਾਨਸਿਕ ਸਥਿਤੀ ਬਾਰੇ ਪਤਾ ਲੱਗ ਜਾਂਦਾ ਸੀ। ਇਸੇ ਲਈ ਉਹ ਉਹਨਾਂ ਨੂੰ ਛੱਡ ਦਿੰਦੇ ਸਨ। ਜਦੋਂ ਉਹ ਨਾਰਮਲ ਹੋ ਜਾਂਦੀ ਤਾਂ ਉਹ ਫਿਰ ਵਿਆਹ ਕਰਵਾ ਲੈਂਦੀ
ਇਸ ਕਾਰਨ ਹੀ ਉਸ ਦੇ ਮਨ ਵਿੱਚ ਮਰਦਾਂ ਦੀ ਇਹ ਤਸਵੀਰ ਬਣ ਗਈ ਸੀ ਤੇ ਉਹ ਹਰ ਔਰਤ ਨੂੰ ਭੜਕਾਉਂਦੀ ਸੀ। ਤੁਹਾਨੂੰ ਅਤੇ ਸਾਰਿਆਂ ਨੂੰ ਆਪਣੇ ਪਤੀਆਂ ਵਿੱਚ ਉਹੀ ਰਾਜ ਨਜ਼ਰ ਆਉਂਦੇ ਸੀ ਜੋ ਬਾਨੋ ਖਾਲਾ ਦੱਸਣ ਲੱਗੀ ਸੀ, ਕਿਉਂਕਿ ਪਿੰਡ ਦੀਆਂ ਔਰਤਾਂ ਵੀ ਪੜ੍ਹੀਆਂ ਲਿਖੀਆਂ ਸਨ ਪਰ ਬੁੱਧੀਮਾਨ ਨਹੀਂ ਸਨ। ਇਸੇ ਲਈ ਉਹਨਾਂ ਨੂੰ ਲੱਗਦਾ ਸੀ ਕਿ ਅਸਲ ਵਿੱਚ ਸਾਰੇ ਮਰਦ ਇੱਕੋ ਜਿਹੇ ਹੁੰਦੇ ਹਨ ਅਤੇ ਆਪਣੇ ਪਤੀਆਂ ਨਾਲ ਲੜਦੇ ਰਹਿੰਦੇ ਹਨ। ਪਰ ਅਰਮਾਨ ਦੇ ਚਾਚਾ ਨੇ ਇਹ ਮੂਰਖਤਾ ਨਾ ਕੀਤੀ। ਉਹ ਆਪੋ ਆਪਣੀਆਂ ਪਤਨੀਆਂ ਨੂੰ ਘਰ ਵਾਪਸ ਲੈ ਆਏ, ਲਿਆ ਕੇ ਖੁਸ਼ੀਆਂ ਨਾਲ ਰਹਿਣ ਲੱਗੇ। ਸੱਦਾ ਨੇ ਆਪਣੀ ਮਾਂ ਨੂੰ ਪਾਗਲਖਾਨੇ ਭੇਜ ਦਿੱਤਾ ਅਤੇ ਕੁਝ ਦਿਨਾਂ ਵਿੱਚ ਸਭ ਕੁਝ ਠੀਕ ਹੋ ਗਿਆ। ਮੈਂ ਅਰਮਾਨ ਤੋਂ ਮਾਫੀ ਵੀ ਮੰਗੀ ਅਤੇ ਅਸੀਂ ਵੀ ਆਪਣੇ ਵੱਡੇ ਭਰਾ ਲਈ ਸੱਦਾ ਨੂੰ ਪਸੰਦ ਕੀਤਾ ਅਤੇ ਉਸ ਦਾ ਵੀ ਜਲਦੀ ਵਿਆਹ ਹੋ ਗਿਆ। ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਚੰਗੇ ਰਿਸ਼ਤੇ ਨਾ ਵਿਗਾੜੋ।